अस्सलाम वालेकुम जी। ਪੈਟ ਗੁਰੂ ਜਾਨ ਤੋਂ ਮੈਂ ਤੁਹਾਨੂੰ ਖੁਸ਼ਾਮਦੀਦ ਕਹਿੰਦਾ ਤੇ ਉਮੀਦ ਕਰਦਾ ਸਭ ਦੋਸਤ ਖੈਰ ਕਿਤਨਾ ਹੋਗੇ। ਤੇ ਦੋਸਤੋ ਅੱਜ ਅਸੀਂ ਮੌਜੂਦ ਹਾਂ ਜੁਮਰਾ ਦੇ ਨਵਾਹੀ ਗਾਉਂ ਬਲੰਗਣ ਦੇ ਵਿੱਚ। ਮੇਰੇ ਸਾਥ ਮੌਜੂਦ ਨੇ ਰਾਣਾ ਜਮਸ਼ੇਦ ਸਾਹਿਬ। ਤੇ ਆਈਏ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਨੇ ਬੁਲੀ ਦਾ ਸ਼ੌਕ ਕਿਦੋਂ ਤੋਂ ਸਟਾਰਟ ਕੀਤਾ ਤੇ ਇਹਨਾਂ ਦਾ ਸ਼ੌਕ ਕਿਦਾਂ ਦਾ ਜਾ ਰਿਹਾ। अस्सलाम वालेकुम जी। वालेकुम सलाम। ਸਰ ਕੀ ਹਾਲ ਚਾਲ ਹੈ? अलहमदुलिल्लाह अल्लाह दी रहमत। तुसीं सुनाओ ठीक ठाक? ਅਲਹਮਦੁਲਿਲਾ ਸਰ। ਸਾਰਿਆਂ ਨੂੰ ਪਹਿਲਾਂ ਤਾਂ ਸਾਨੂੰ ਇਹ ਦੱਸੇ ਜਾਓ ਕਿ ਤੁਸੀਂ ਬੁਲੀ ਦਾ ਸ਼ੌਕ ਜਿਹੜਾ ਵਾ ਇਹ ਕਿਹੜੇ ਦੌਰ ਤੋਂ ਕਰਦੇ ਆ ਰਹੇ ਹੋ? ਇਹ ਸਾਡਾ ਬਚਪਨ ਦਾ ਸ਼ੌਕ ਹੈ। ਹਾਂਜੀ ਕਾਫੀ ਦੇਰ ਹੋ ਗਈ। ਪਹਿਲੇ ਵੱਡੇ ਭਰਾ ਕਰਦੇ ਸੀ, ਉਹ ਅੱਲਾ ਨੂੰ ਪਿਆਰੇ ਹੋ ਗਏ ਤੇ ਹੁਣ ਅਸੀਂ ਸ਼ੁਰੂ ਕੀਤਾ ਆ। ਤੇ ਪਹਿਲੇ ਸਾਡੇ ਕੋਲ ਸ਼ਿਕਾਰੀ ਹੁੰਦੇ ਸੀ ਵਿਲਾਇਤੀ, ਹਾਂਜੀ ਮੁੜ ਕੇ ਫਿਰ ਅਸੀਂ ਬੁਲੀਆਂ ਦਾ ਸ਼ੁਰੂ ਕਰਤਾ। ਹੁਣ ਇੱਥੇ ਕੁੱਤੀਆਂ ਸਵਾਈ ਦੀਆਂ ਵੀ ਆਪਣੀਆਂ ਆ ਤੇ ਆਹ ਕੁੱਤਾ ਹੁਣ ਲਿਆਂਦਾ ਅਸੀਂ ਹਾਂਜੀ ਤਕਰੀਬਨ 19 ਕੁ ਮਹੀਨੇ ਦਾ ਸੀ ਜਦੋਂ ਲਿਆਂਦਾ। ਹੁਣ 2 ਸਾਲ ਦਾ ਹੋ ਗਿਆ 2 ਹੈ। ਸਾਲ ਦਾ ਪੂਰਾ ਹੋ ਗਿਆ। ਹਾਂ ਤੇ ਇਹ ਅੱਲਾ ਦੇ ਨਾਲ ਹੁਣ ਤਪਣੀਆਂ ਦੀਆਂ ਕਰਾਉਣੀਆਂ ਹੈ। ਬੱਚਾ ਹਜੇ ਹੁਣ ਤਪਾਉਣਾ ਆ, ਤਪਾ ਕੇ ਫਿਰ ਪਤਾ ਲੱਗੇਗਾ ਵੀ ਇਹ ਕੀ ਕਰਦਾ ਕੀ ਨਹੀਂ। ਅੱਛਾ ਖੂਨ ਆ ਇਹ ਤੇ ਉਹ ਗਾਂ ਤਪਾਇਆ ਪਤਾ ਲੱਗਦਾ ਕੁੱਤੇ ਦਾ। ਬਿਲਕੁਲ ਸਹੀ ਗੱਲ ਹੈ ਕਿ ਤਪਾਉਣ ਤੋਂ ਬਗੈਰ ਤੇ ਕੁੱਤੇ ਤਪਾਉਣ ਤੋਂ ਮੁਰਾਦ ਤੁਹਾਨੂੰ ਦੱਸ ਜਾਓ ਜਿਹੜਾ ਇਹਨਾਂ ਦਾ ਸਾਂਭਣ ਦਾ ਆ, ਹਾਂਜੀ ਉਹਦੇ ਬਚਪਨ ਦੇ ਹਰ ਬੰਦਾ ਇਹ ਸਾਂਭਦਾ ਆਪਣੇ ਸ਼ੌਕ ਨਾਲ। ਤੇ ਬਾਅਦ ਚ ਵਿੱਚੋਂ ਚੰਗੇ ਵੀ ਨਿਕਲ ਆਉਂਦੇ, ਵਿੱਚੋਂ ਗੰਦੇ ਵੀ ਨਿਕਲ ਜਾਂਦੇ ਆ। ਬਿਲਕੁਲ। ਤੇ ਲੇਕਿਨ ਜਿਹੜੇ ਸਾਡੇ ਕੋਲ ਵੱਡੇ ਕੁੱਤੇ ਹੁੰਦੇ ਨੇ ਚੰਗੇ, ਉਹ ਮਰ ਗਏ ਆ। ਹੁਣ ਫਿਰ ਦੁਬਾਰਾ ਹੀ ਸ਼ੌਕ ਸ਼ੁਰੂ ਕੀਤਾ ਆ। ਸ਼ੁਰੂ ਤੋਂ ਸ਼ੌਕ ਸ਼ੁਰੂ ਕੀਤਾ? ਹਾਂਜੀ ਸ਼ੁਰੂ ਤੋਂ ਹੀ। ਤੇ ਭਰਾਵਾਂ ਦਾ ਸ਼ੌਕ ਸੀ ਇਹ, ਉਹਨਾਂ ਤੋਂ ਬਾਅਦ ਸਾਨੂੰ ਸ਼ੁਰੂ ਕਰਨਾ ਪਿਆ। ਤੇ ਹੁਣ ਇਨਸ਼ਾਅੱਲਾ ਪਤਾ ਲੱਗੇਗਾ ਕੀ ਕਰਦਾ ਇਹ। ਤੇ ਕੁੱਤੀਆਂ ਅਸੀਂ ਭਰਾਈਆਂ ਵੀ ਆ, ਕੁੱਤੀਆਂ ਖਲੋਤੀਆਂ ਉੱਥੇ ਚੱਕ 100 ਆਪਣਾ ਜੀਮ ਬੇਸ 27 ਚੱਕ ਜੀਮ ਬੇਸ 27 ਅਮੀਪੁਰ ਮੰਗਲਾ। ਬਿਲਕੁਲ। ਤੇ ਉਹ ਕੁੱਤੀ ਹੁਣ ਸੂਣ ਵਾਲੀ ਆ, ਸੂਪੀ ਤੇ ਫਿਰ ਉਹਦੇ ਬੱਚੇ ਲਿਆਉਣੇ ਆ, ਉਹ ਪਾਲਾਂਗੇ। ਉਹ ਸਾਡਾ ਪੁਰਾਣਾ, ਸਾਡੇ ਨਾ ਖੂਨ ਬਹੁਤ ਤੁਰਿਆ ਆਉਂਦਾ ਚੰਗਾ। ਤੇ ਉਹ ਹੁਣ ਗਾਂ ਉਹ ਸਾਂਭਾਂਗੇ, ਫਿਰ ਗਾਂ ਪਤਾ ਲੱਗੇਗਾ ਉਹਨਾਂ 'ਚੋਂ ਕਿੱਦਾਂ ਦੇ ਨਿਕਲਦੇ ਆ। ਤੇ ਗਾਂ ਤੋਂ ਗਾਂ ਪਰਵਾਸ਼ ਇਦਾਂ ਹੀ ਹੁੰਦੀ ਆ। ਬਿਲਕੁਲ ਸਹੀ ਗੱਲ ਹੈ ਕਿ ਗਾਂ ਤੋਂ ਗਾਂ ਜਿੱਦਾਂ ਦੀਆਂ ਚੀਜ਼ਾਂ ਤੁਹਾਡੇ ਕੋਲ ਚੰਗੀਆਂ ਆਉਂਦੀਆਂ ਜਾਣਗੀਆਂ ਤੇ ਉਸ ਤਰ੍ਹਾਂ ਹੀ ਸਟਾਰਟ ਹੋਏਗਾ। ਆ ਪਹਿਲੇ ਸਾਡੇ ਕੋਲ ਕੁੱਤੇ ਵੱਡੇ ਹੁੰਦੇ, ਉਹ ਕਰਾਚੀ ਤੱਕ ਲੜਾਈ ਦੇ ਸੀ। ਹਾਂਜੀ ਪਹਿਲੇ ਅਸੀਂ ਕਰਾਚੀ ਵੀ ਰਹੇ ਆ, ਕਰਾਚੀ ਵੀ ਰੱਖੇ ਸੀ ਕੁੱਤੇ। ਉੱਥੇ ਵੀ 3-4 ਕੁੱਤੇ ਸਾਡੇ ਕੋਲ ਹੁੰਦੇ ਸੀ। ਬੰਦਰਗਾਹ ਦੇ ਠੇਕਾ ਸੀ ਸਾਡਾ। ਅੱਛਾ ਜੀ। ਲਾਂਚਾਂ ਦਾ। ਲਾਂਚਾ। ਤੇ ਉੱਥੋਂ ਸਾਨੂੰ ਸ਼ੌਕ ਸ਼ੁਰੂ ਹੋਇਆ ਹੈ। ਮੁੜ ਕੇ ਅਸੀਂ ਪੰਜਾਬ ਆ ਗਏ ਆ, ਇੱਥੇ ਆਣ ਕੇ ਸ਼ੌਕ ਸ਼ੁਰੂ ਰਿਹਾ ਆ। ਤੇ ਹੁਣ ਅੱਲਾ ਦੇ ਗੁਣਾ ਜਿੰਨੀ ਦੇਰ ਜ਼ਿੰਦਗੀ ਉਨੀ ਦੇਰ ਸ਼ੁਰੂ ਹੀ ਰਹਿਣਾ ਆ। ਬਿਲਕੁਲ ਸਹੀ ਗੱਲ। ਹਾਂ ਤੇ ਗਾਂ ਹੁਣ ਕੁੱਤੀਆਂ ਅੱਲਾ ਕਰੇ ਭਰਾਈਆਂ ਆ, ਉਹਨਾਂ ਦਾ ਪਤਾ ਲੱਗੇਗਾ ਬੱਚਿਆਂ ਦਾ ਕਿੱਦਾਂ ਦੇ ਹੁੰਦੇ ਆ। ਤੇ ਸਰ ਮੈਨੂੰ ਥੋੜਾ ਜਿਹਾ ਇਸ ਬਰੀਡ ਦੇ ਬਾਰੇ ਦੱਸਦੇ ਜਾਓ ਕਿ ਕਿਹੜੀ ਬਰੀਡ ਹੈ, ਕਿਹੜੀ ਬਰੀਡ ਚੱਲਦੀ ਆ ਰਹੀ ਹੈ, ਕ੍ਰਾਸ ਦੇ ਵਿੱਚ ਹੈ ਜਾਂ ਪਿਓਰ ਬੁਲੀ ਹੈ? ਨਹੀਂ ਇਹ ਬੁਲੀ ਗਲਟਰੀਆ ਹੈ। ਬੁਲੀ ਗਲਟਰੀਆ ਦੇ ਕ੍ਰਾਸ ਦੇ ਵਿੱਚ ਖਾਸ ਬੁਲੀ ਨਹੀਂਗਾ ਇਹ। ਜਿਹੜੇ ਪਹਿਲੇ ਜ਼ਮਾਨੇ 'ਚ ਹੁੰਦੇ ਨਾ ਦੇਸੀ ਬੁਲੀ, ਹਾਂਜੀ ਉਹ ਵੱਡੇ ਸਿਰਾਂ ਵਾਲੇ, ਬਿਲਕੁਲ ਬਿਲਕੁਲ, ਉਹ ਹੁਣ ਖਤਮ ਹੋ ਗਏ ਆ। ਖਤਮ ਹੋ ਗਏ। ਉਹ ਤਕਰੀਬਨ ਹੁਣ ਵਿਲਾਇਤੀ ਦਾ ਕ੍ਰਾਸ ਆ, ਹਰ ਕੁੱਤੇ 'ਚ ਵਿਲਾਇਤੀ ਦਾ ਕ੍ਰਾਸ ਆਉਣ ਡਿਆ ਆ। ਤੇ ਜਿਹੜੇ ਪਹਿਲੇ ਪੁਰਾਣੇ ਬੁਲੀ ਆ, ਉਹ ਕਿਤੇ ਕੋਈ ਚੰਦ ਨਜ਼ਰ ਆਉਣਗੇ ਤੁਹਾਨੂੰ, ਇਸ ਤਰ੍ਹਾਂ ਹੀ ਹੈ। ਉਹ ਵੀ ਜੰਗਲੀਆਂ ਦੇ ਇਲਾਕੇ 'ਚ। ਜਿਹੜੇ ਸਾਡੇ ਲੋਕ ਆ ਨਾ ਮਾਜ਼ਰ, ਇਹਨਾਂ ਕੋਲ ਸਾਰੇ ਵਿਲਾਇਤੀ ਕ੍ਰਾਸ ਆਉਣ ਡਿਆ ਹੁਣ। ਤੇ ਬਾਕੀ ਸਾਰਾ ਕੁਝ ਪਤਾ ਲੱਗਦਾ ਬਾਅਦ 'ਚ ਫਿਰ। ਬਿਲਕੁਲ ਸਹੀ ਗੱਲ ਹੈ ਜੀ। ਜਦੋਂ ਮਤਲਬ ਮੈਦਾਨ ਚ ਕੁੱਤੇ ਨੇ ਮੈਦਾਨ 'ਚ ਉਤਰਨਾ ਆ, ਉਦੋਂ ਹੀ ਪਤਾ ਲੱਗਦਾ ਮੈਨੂੰ, ਫਿਰ ਹੀ ਪਤਾ ਲੱਗਦਾ ਨਾ ਵੀ ਕੀ ਆ ਇਹ, ਕੀ ਚੀਜ਼ ਆ, ਕੀ ਬਲੱਡ ਲਾਈਨ ਆ। ਤੇ ਬਚਪਨ ਤੋਂ ਇਹਨਾਂ ਦੀ ਖੁਰਾਕ ਜਿਹੜੀ ਉਹ ਥੋੜੀ ਥੋੜੀ ਹੁੰਦੀ ਆ। ਹਾਂਜੀ। ਜਦੋਂ ਜਵਾਨ ਹੋਈ ਜਾਂਦੇ ਆ ਖੁਰਾਕ ਵਧੀ ਜਾਂਦੀ ਆ। ਅਸਲ ਫਿਰ ਇਹਨਾਂ ਦੀ ਖੁਰਾਕ ਵੱਧਦੀ ਆ ਜਦੋਂ ਲੜਾਈ ਦੇ ਵਿੱਚ ਪੈਂਦੇ ਆ, ਲੜਾਈ 'ਚ ਪੈਂਦੇ ਆ। ਫਿਰ ਇਹਨਾਂ ਦਾ ਟੋਰਾ ਹੀ ਵੱਧਦਾ ਆ, ਯਾਨੀ ਕਿ ਵਰਜ਼ਿਸ਼ ਵੀ ਵੱਧਦੀ ਵਰਜਿਸ਼ ਵੱਧਦੀ ਆ। ਜਿੰਨਾ ਤੁਸੀਂ ਵਰਜਿਸ਼ ਕਰਾਉਣੀ ਆ ਉਹਨਾਂ ਹੀ ਤੁਹਾਨੂੰ ਚੰਗਾ ਮਜ਼ਾ ਦੇਗਾ। ਮੈਨੂੰ ਵਰਜ਼ਿਸ਼ ਦੇ ਵਿੱਚ ਥੋੜਾ ਜਿਹਾ ਦੱਸੇ ਜਾਓ ਕਿ ਵਰਜ਼ਿਸ਼ ਦੇ ਵਿੱਚ ਤੁਸੀਂ ਇਹਨੂੰ ਕੀ ਕਰਵਾਉਂਦੇ ਨੇ, ਮਤਲਬ ਜਦੋਂ ਤਪਾਈ ਕਰਵਾਉਂਦੇ ਆ ਲੜਾਈ ਤੋਂ ਪਹਿਲਾਂ ਕਿਹੜੀਆਂ ਇਹਦੀਆਂ ਐਸੀਆਂ ਵਰਜ਼ਿਸ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਕਰਵਾਉਂਦੇ ਹੋ? ਦੇਖੋ ਜੀ, ਵਰਜਿਸ਼ਾਂ ਦੀਆਂ ਜਿਹੜੀ ਕਰਾਚੀ ਕਰਵਾਈ ਦੀ ਸੀ ਨਾ, ਹਾਂਜੀ, ਉਹ ਤੇ 2 ਵਰਜਿਸ਼ਾਂ ਦੀ, ਇੱਕ ਭਜਾਉਣਾ, ਇੱਕ ਸਮੁੰਦਰ ਦੇ ਵਿੱਚ ਵਰਜਿਸ਼ ਕਰਾਉਣੀ। ਸਮੁੰਦਰ ਦੇ ਵਿੱਚ ਅਸੀਂ ਨਾ ਰੱਸਾ ਲੰਮਾ ਕਰਕੇ ਨਾ, ਉੱਥੇ ਨੇਠੀ ਜੱਠੀ ਦਾ ਪੁਲ, ਉਹਦੇ ਵਿੱਚ ਛੱਡ ਦੇਣਾ ਇਹਨੂੰ। ਉਹਨਾਂ ਦਾ ਟਾਈਮ ਨੋਟ ਕੀਤਾ ਹੁੰਦਾ ਵੀ ਇੰਨੇ ਟਾਈਮ ਦੇ ਵਿੱਚ ਅੱਜ ਇੰਨਾ ਟਾਈਮ ਗਾਂਹ ਵਧਾ ਦਿੱਤਾ। ਉਹ ਫਿਰ ਵੱਧਦਾ ਜਾਣਾ, ਯਾਨੀ ਕਿ ਘੰਟਾ 'ਚ ਨਾ ਪ੍ਰੈਕਟਿਸ ਇਹਨਾਂ ਦੇ ਵਿੱਚ ਕਰਾਉਣੀ ਆ। ਫਿਰ ਜਦੋਂ ਲੜਾਈ ਕਰਾਉਣੀ, ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਇੰਨਾ ਇਹ ਟਾਈਮ ਕੱਢਦਾ ਹੀ ਨਹੀਂ ਪ੍ਰੈਕਟਿਸ ਦੇ ਵਿੱਚ। ਅਗਰ ਉਹਦੇ ਵਿੱਚ ਫੁੱਲ ਗਿਆ ਕੁੱਤਾ ਜਾਂ ਕੋਈ ਨਾ ਮਿਸਟੇਕ ਕੀਤੀ ਆ, ਫਿਰ ਇਹਦੀ ਪ੍ਰੈਕਟਿਸ ਹੋਰ ਵਧ ਜਾਣੀ ਕੁੱਤਾ ਅਨਫਿਟ ਹੈ। ਹਾਂ, ਉਹ ਜਿਵੇਂ ਭਲਵਾਨਾਂ ਦੀ ਉਸੇ ਤਰ੍ਹਾਂ ਇਹਨਾਂ ਦਾ ਹਿਸਾਬ ਆ। ਤੇ ਬਕਾਇਆ ਜਿਹੜੀ ਖੁਰਾਕ ਆ, ਉਹ ਵੀ ਜਿੱਦਾਂ ਪ੍ਰੈਕਟਿਸ ਕਰਵਾਈ ਜਾਣੀ ਆ, ਉਸੇ ਤਰ੍ਹਾਂ ਇਹਨਾਂ ਨੇ ਫਿਰ ਆਪਣੀ ਖੁਰਾਕ ਬਚਾਉਣੀ ਆ। ਅੱਛਾ, ਮੈਨੂੰ ਇਹ ਗੱਲ ਦੱਸ ਜਾਓ ਕਿ ਜਿੱਦਾਂ ਹੁਣ ਇਹ ਦੇਸੀ ਬਰੀਡਾਂ ਨੇ ਆਪਣੀਆਂ, ਤੇ ਜਿਹੜੀਆਂ ਬਾਹਰ ਦੀਆਂ ਇੰਗਲਿਸ਼ ਬਰੀਡਾਂ, ਇਹਨਾਂ ਦੀ ਖੁਰਾਕ ਦੇ ਵਿੱਚ ਕਿੰਨਾ ਕੁ ਫਰਕ ਆ ਕਿ ਦੇਸੀ ਔਰ ਇੰਗਲਿਸ਼ ਦੇ ਵਿੱਚ?
ਨਹੀਂ, ਜਿਹੜੀਆਂ ਇੰਗਲਿਸ਼ ਜਿਹੜੀਆਂ ਖੁਰਾਕਾਂ ਆ ਨਾ, ਹਾਂਜੀ, ਉਹ ਆ ਵਲੈਤੀਆਂ ਦੀਆਂ, ਵਲੈਤੀਆਂ ਦੀਆਂ। ਪਿਓਰ ਵਲੈਤੀ। ਉਹ ਸਾਡੇ ਨਾ ਇੱਥੇ ਚੱਲਦੀਆਂ ਹੀ ਆ ਤੇ ਨਾ ਇਹ ਚੱਲਦੇ ਹੀ ਆ। ਚੱਲਦੇ, ਬਿਲਕੁਲ ਸਹੀ ਗੱਲ। ਸਾਡੇ ਜਿਹੜਾ ਦੇਸੀ ਜਿਹੜਾ ਨਾ ਖੁਰਾਕਾਂ ਗੋਸ਼ਤ ਹੀ ਆ, ਦੁੱਧ ਆ, ਘੀ ਆ ਜਾਂ ਮੁਰੱਬੇ ਚਾਰ ਲੈ, ਜਾਨੀ ਕਿ ਉਹ ਆਪਣੀ ਫਿਰ ਹਿੰਮਤ ਦੀ ਗੱਲ ਆ, ਹਿੰਮਤ ਦੀ ਗੱਲ ਆ, ਜਿਹੜਾ ਜਿੰਨਾ ਦੇ ਸਕੇ, ਜਿੰਨਾ ਕੋਈ ਚਾਰ ਸਕੇ। ਇਹਨਾਂ ਨੂੰ ਜੋ ਮਰਜ਼ੀ ਚਾਰੀ ਜਾਵੇ, ਇਹਨਾਂ ਨੂੰ ਪਚਾਈ ਪਚਾਈ ਜਾਣਾ। ਲੇਕਿਨ ਇਹ ਕਿ ਪਚਾਉਣ ਦੇ ਮਕਸਦ ਇਹ ਹੈ ਕਿ ਕੁੱਤਾ ਬਿਮਾਰ ਨਾ ਹੋਵੇ। ਇਹ ਜਦੋਂ ਫੇਟਾ ਪੈਂਦਾ ਨਾ, ਹਾਂਜੀ ਹਾਂਜੀ, ਬਚਪਨ ਤੋਂ ਲੈ ਕੇ 3 ਮਹੀਨੇ ਤੱਕ ਇਹਨਾਂ ਨੂੰ ਹਿਫਾਜ਼ਤੀ ਟੀਕਾ ਲਾਉਣਾ ਪੈਂਦਾ ਹੈ ਬਿਲਕੁਲ ਫੇਟੇ ਦਾ। ਫਿਰ ਇਹਨਾਂ ਦੀ ਖੁਰਾਕ ਵੀ ਦੇਖਣੀ ਪੈਂਦੀ ਵੀ ਕਿਹੜਾ ਇਹਨਾਂ ਨੂੰ ਗਾਂ ਉਤਾਂ ਤੱਕ ਲਿਜਾਣਾ ਆ, ਕਿਹੜੀ ਚੀਜ਼ ਨੁਕਸਾਨ ਦਿੰਦੀ ਇਹਨਾਂ ਨੂੰ, ਬਿਲਕੁਲ। ਯਾਨੀ ਕਿ ਹਰ ਚੀਜ਼ ਦਾ ਨਾ ਦੇਖ ਸੋਚ ਕੇ ਫਿਰ ਇਹਨਾਂ ਨੂੰ ਜਵਾਨ ਕਰਨਾ ਪੈਂਦਾ ਆ। ਤੇ ਫੇਟੇ ਦਾ ਟੀਕਾ ਲਵਾ ਕੇ ਫਿਰ ਇਹਨਾਂ ਨੂੰ ਦੁਬਾਰਾ ਫਿਰ ਕੋਈ 6 ਮਹੀਨਿਆਂ ਬਾਅਦ ਫੇਟੇ ਦਾ ਟੀਕਾ ਲਾਉਣਾ ਆ। ਫਿਰ ਕੋਈ ਦਵਾਈਆਂ ਸ਼ਰਬਤ ਇਹਨਾਂ ਦੇ ਹੁੰਦੇ ਆ ਅਲੱਗਾ ਜਾਨਵਰਾਂ ਦੇ, ਉਹ ਵੀ ਇਹਨਾਂ ਨੂੰ ਦਿੰਦੇ ਰਹੀਦਾ ਆ। ਕੀੜਾ ਯਾਨੀ ਕਿ ਜਿਹੜੇ ਅੰਦਰ ਕੀੜਾ ਆ ਉਹ ਇਹਨਾਂ ਨੂੰ ਦਵਾਈ ਦੇਣੀ 1-2 ਦਫਾ, ਜਦੋਂ ਅੰਦਰੋਂ ਸਾਫ਼ ਹੋ ਜਾਣਾ ਫਿਰ ਇਹਨਾਂ ਨੇ ਸਹੀ ਖੁਰਾਕ ਪਹੁੰਚਾਉਣੀ ਹੈ। ਬਿਲਕੁਲ ਸਹੀ ਗੱਲ। ਜਦੋਂ ਕੀੜਾ ਅੰਦਰ ਹੋਇਆ ਉਨੀ ਦੇਰ ਖੁਰਾਕ ਨਹੀਂ ਇਹਨਾਂ ਨੇ ਪਹੁੰਚਾਉਣੀ। ਉਹ ਛੋਟੇ ਛੋਟੇ ਨਾ ਸੁੰਡੇ ਨਿਕਲਦੇ ਰਹਿੰਦੇ ਇਹਨਾਂ ਦੇ ਅੰਦਰੋਂ, ਬਿਲਕੁਲ। ਉਹ ਪਤਾ ਲੱਗ ਜਾਂਦਾ ਵੀ ਅੰਦਰ ਇਹਦੇ ਹੈਗਾ ਕਿ ਨਹੀਂ। ਜਦੋਂ ਅੰਦਰੋਂ ਸਾਫ਼ ਹੋ ਜਾਂਦੇ ਆ ਫਿਰ ਸਮਝ ਲਓ ਕੁੱਤੇ ਬਣ ਜਾਂਦੇ ਆ। ਬਿਲਕੁਲ ਸਹੀ ਗੱਲ ਹੈ। ਤੇ ਇਹਦੀ ਹਾਲੇ ਤੱਕ ਕੋਈ ਤਪਾਈ ਕਰਵਾਈ ਆ ਜਾਂ ਹੈ? ਨਹੀਂ, ਕਰਾਉਣੀ ਆ ਹਜੇ। ਅੱਛਾ ਜੀ। ਅੱਜ ਕਰਾਉਣੀ ਸੀ, ਅੱਜ ਬੰਦੇ ਨਹੀਂ ਆਏ ਲੈ ਕੇ ਕੁੱਤਾ, ਤੇ ਹੁਣ ਅਗਲੇ ਐਤਵਾਰ ਦੇਖਾਂਗੇ। ਹੁਣ ਤੱਪੜੀਆਂ 'ਚ ਪਾ ਦੇਣਾ ਇਹਨੂੰ। ਅੱਛਾ ਜੀ। ਇਹਦੀਆਂ ਕੋਈ 10 ਤੱਪੜੀਆਂ ਕਰਾਵਾਂਗੇ, ਫਿਰ ਇਹਨਾਂ ਨੂੰ ਭਲਵਾਨਾਂ ਵਾਂਗੂ ਪਤਾ ਲੱਗ ਜਾਏ ਵੀ ਅਸੀਂ ਕਿੱਥੇ ਜਾ ਕੇ ਲੜਨਾ ਆ, ਤੇ ਕਿੱਦਾਂ ਲੜਨਾ ਆ, ਕਿਹੜੀ ਚੀਜ਼ ਬਚਾਉਣੀ। ਅਸੀਂ ਡੌਲੀ ਬਚਾਉਣੀ ਬਹੁਤੀ, ਕਿਉਂਕਿ ਉੱਤੋਂ ਦੇ ਕੁੱਤਾ ਬਚਦਾ ਨਹੀਂ ਨਾ ਹੁੰਦਾ, ਬਹੁਤੀ ਬਚਾਉਂਦੇ ਆ ਡੌਲੀ ਬਚਾਉਂਦੇ, ਤੇ ਉੱਤੋਂ ਦੇ ਕੁੱਤਾ ਲੱਗਦਾ ਹੀ ਆ। ਜਿਹੜਾ ਕੁੱਤਾ ਕੰਨ ਤੇ ਲੱਗਦਾ ਨਾ, ਉਹ ਬਹੁਤਾ ਕਾਮਯਾਬ ਰਹਿੰਦਾ ਆ। ਇੱਕ ਤੇ ਉਹ ਐਡਾ ਜ਼ਖਮੀ ਨਹੀਂ ਹੁੰਦਾ ਕਿਉਂਕਿ ਉਹਨੇ ਉੱਤੇ ਹੀ ਰਹਿਣਾ ਹੁੰਦਾ ਆ। ਜਿਹਨੇ ਡੌਲੀ ਫੜਨੀ ਆ ਉਹਦਾ ਫਿਰ ਮੂੰਹ ਸਾਰਾ ਨਾ ਜ਼ਖਮੀ ਹੋ ਜਾਂਦਾ ਆ। ਇਹ ਮੈਨੂੰ ਇਹਦੇ ਨਾਲ ਇੱਕ ਇਹ ਵੀ ਗੱਲ ਦੱਸ ਦਿਓ, ਜਦੋਂ ਤੁਸੀਂ ਡੌਲੀ ਦੀ ਗੱਲ ਕੀਤੀ ਹੈ, ਇਹ ਕੁੱਤੇ ਦੀ ਬਲੱਡ ਲਾਈਨ ਦੇ ਵਿੱਚ ਹੁੰਦਾ ਕਿ ਉਹਨੇ ਇੱਕ ਪੁਆਇੰਟ ਤੇ ਲੱਗਣਾ ਵਾ, ਜਾਂ ਤੁਸੀਂ ਉਹਨੂੰ ਟ੍ਰੇਨ ਕਰਦੇ ਕਿ ਉਹਨੇ ਇਸ ਪੁਆਇੰਟ ਦੇ ਉੱਤੇ ਜਿਹੜਾ ਵਜਾ ਕੇ ਅਗਲੇ ਕੁੱਤੇ ਨੂੰ ਫੜਨਾ? ਨਹੀਂ, ਇਹ ਜਿੱਦਾਂ ਕਬੱਡੀ ਦੇ ਪਲੇਅਰ ਨਹੀਂਗੇ, ਹਾਂਜੀ, ਖੇਡਣ ਲੱਗ ਪੈਂਦੇ ਬਚਪਨ ਤੋਂ, ਬਿਲਕੁਲ। ਉਹਨਾਂ ਨੂੰ ਪਤਾ ਲੱਗ ਜਾਂਦਾ ਵੱਡੀਆਂ ਗੇਮਾਂ 'ਚ ਜਾ ਕੇ ਵੀ ਆਹ ਭਲਵਾਨ, ਆਹ ਕਬੱਡੀ ਦਾ ਪਲੇਅਰ ਕਿੱਥੋਂ ਫੜਦਾ ਆ, ਬਿਲਕੁਲ, ਤੇ ਆਹ ਕਿੱਥੋਂ ਬਚਦਾ ਆ। ਉਸੇ ਤਰ੍ਹਾਂ ਇਹਨਾਂ ਨੂੰ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਆ ਵੀ ਅਸੀਂ ਕਿੱਥੋਂ ਬਚਣਾ ਆ, ਕਿੱਥੋਂ ਸਾਨੂੰ ਬਹੁਤੀ ਇਹਨੇ ਮਾਰ ਦੇਣੀ ਆ, ਕਿੱਥੋਂ ਅਸੀਂ ਅਗਲੇ ਨੂੰ ਫੜਨਾ ਆ। ਉਹ ਇਹਨਾਂ ਦਾ ਆਪਣਾ ਫੇਲ ਹੁੰਦਾ ਨਾ, ਇਹਨੂੰ ਬੰਦਾ ਸਮਝਾ ਸਕਦਾ ਆ। ਸਿਰਫ ਬੰਦਾ ਇਹਨਾਂ ਨੂੰ ਬੁਲੀਅਨ ਨਹੀਂ ਸਮਝਾ ਸਕਦਾ। ਜਿਹੜੇ ਦੂਸਰਿਆਂ ਦਾ ਅਲਸ਼ੈਸ਼ਨ ਹੋ ਗਿਆ, ਇੰਪੋਰਟਰ ਹੋ ਗਿਆ, ਉਹਨਾਂ ਦੀ ਸੈਂਸ ਜ਼ਿਆਦਾ ਹੁੰਦੀ। ਇਹ ਹੁੰਦੇ ਆ ਬੇਵਕੂਫ, ਜਿਹੜੇ ਬੁਲੀ ਮੋਟੇ ਦਿਮਾਗ ਦੇ। ਇਹਨਾਂ ਨੇ ਆਪ ਲੜਾਈ ਸਿੱਖਣੀ ਹੁੰਦੀ ਆ, ਤੇ ਲੇਕਿਨ ਕੁਛ ਥੋੜਾ ਬਹੁਤਾ ਮਾਲਕ ਦਾ ਵੀ ਕਿਰਦਾਰ ਹੁੰਦਾ ਆ। ਕਈ ਮਾਲਕਾਂ ਨੇ ਕੁੱਤੇ ਬੜੇ ਬੜੇ ਚੰਡੇ ਆ ਬੁਲੀ, ਉਹਨਾਂ ਨੇ ਇਸ਼ਾਰੇ ਤੇ ਲਾਏ ਆ ਪੇਟ 'ਚ ਛੱਡਣਾ ਨਾ, ਕੁੱਤਾ ਤੁਹਾਡੇ ਨਾਲ ਨਾਲ ਤੁਰਿਆ ਜਾਂਦਾ। ਕੁੱਤੇ ਦੀ ਜ਼ਰੂਰਤ ਨਹੀਂ ਵੀ ਜਾ ਕੇ ਨਾ ਆਪ ਜਾ ਕੇ ਲੜ ਪਏ, ਇਸ਼ਾਰੇ ਤੇ ਲੱਗਾ, ਉਹਨੂੰ ਕਹਿਣਾ ਵੀ ਹਾਂ ਵੀ ਚੱਲ ਹੁਣ ਫੜ, ਫਿਰ ਉਹਨੇ ਜਾ ਕੇ ਫੜ ਲੈਣਾ। ਇਦਾਂ ਦੀ ਵੀ ਹੈ ਕੁੱਤੇ ਵਿੱਚ, ਬੜੀ ਗੱਲ ਹੈ। ਤੇ ਇਹ ਹੈ ਕਿ ਸਾਡੇ ਕੋਲ ਜਿਹੜੇ ਆ ਨਾ ਜਿੰਨੇ ਵੀ ਆਏ ਕੁੱਤੇ, ਆਹ ਤੇ ਹੁਣ ਛੋਟੇ ਵੇਟ ਦਾ ਨਾ, ਹੁਣ ਇਹਨੇ ਬਣੀ ਜਾਣਾ ਜਿਵੇਂ ਜਿਵੇਂ ਗਾਂ ਵੱਡੀ ਹੋਈ ਜਾਣਾ ਆ। ਲੇਕਿਨ ਇਸ ਤੋਂ ਵੀ ਵੱਡੇ ਵੱਡੇ ਕੁੱਤੇ ਰਹੇ ਸਾਡੇ ਕੋਲ, ਜਿਹੜੇ ਅਸੀਂ ਬਹੁਤੇ ਕਰਾਚੀ ਲੜਾਈ ਦੇ ਸੀ, ਆਜ਼ਾਦ ਕਸ਼ਮੀਰ, ਯਾਨੀ ਕਿ ਦੂਰ ਦੂਰ। ਮੇਰਾ ਭਰਾ ਲਿਜਾਂਦਾ ਸੀ ਜਵੇਦ, ਤੇ ਉਹਦਾ ਨਾਂ ਵੀ ਕੁੱਤਿਆਂ ਦੇ ਵਿੱਚ ਰਾਣਾ ਜਵੇਦ ਨਾ, ਉਹਦਾ ਬਹੁਤ ਨਾਂ ਸੀਗਾ, ਤੇ ਉਹ ਅੱਲਾ ਨੂੰ ਪਿਆਰਾ ਹੋ ਗਿਆ। ਤੇ ਹੁਣ ਅਸੀਂ ਸ਼ੌਕ ਕਰ ਦਿੱਤਾ ਆ। ਸਹੀ, ਉਹਨਾਂ ਦੇ ਨਾਮ ਤੇ ਤੁਸੀਂ ਜੀ, ਉਹਨਾਂ ਦੇ ਨਾਮ ਤੋਂ ਹੁਣ ਸ਼ੁਰੂ ਕੀਤਾ ਵਾ, ਤੇ ਮਾਸ਼ਾਅੱਲਾ ਬੜਾ ਅੱਛਾ ਸ਼ੌਕ ਕਰ ਰਹੇ ਨੇ। ਬਿਹਤਰ ਕਰੇਗਾ ਇਨਸ਼ਾਅੱਲਾ। ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਹਦੇ ਨਾਲ ਬੜਾ ਅੱਛਾ ਸ਼ੌਕ ਕਰ ਰਹੇ ਨੇ ਤੇ ਬੜੇ ਅੱਛੇ ਇਨਸਾਨ ਨੇ। ਤੇ ਸਰ ਮੈਨੂੰ ਇਹ ਵੀ ਦੱਸਦੇ ਜਾਓ ਕਿ ਮਤਲਬ ਸ਼ਿਕਾਰੀਆਂ ਦੇ ਵਿੱਚ ਦੇਸੀ ਸ਼ਿਕਾਰੀ ਜਿਹੜੇ ਆਪਣੇ ਜਿੱਦਾਂ ਆਪਾਂ ਭਾਈ ਨੇ, ਤੇ ਇਹਨਾਂ ਦੇ ਵਿੱਚ ਸੇਲ ਪਰਚੇਜ਼ ਦਾ ਜਿਹੜਾ ਨਾ ਉਹ ਸੀਨ ਘੱਟ ਹੁੰਦਾ, ਯਾਨੀ ਕਿ ਤਲਕ ਵਾਲਾ ਸੀਨ ਬਹੁਤਾ ਹੁੰਦਾ ਵਾ ਕਿ ਇੱਕ ਦੂਜੇ ਨੂੰ ਗਿਫਟ ਚੀਜ਼ਾਂ ਬਹੁਤੀਆਂ ਦਿੰਦੇ ਨੇ ਜਿੱਦਾਂ ਦੂਜੇ ਬਰੀਡਰ ਹੁੰਦੇ ਨੇ। ਹੁਣ ਆ ਕੇ ਹੋ ਗਿਆ ਵਾ, ਲੇਕਿਨ ਅੱਗੇ ਘੱਟ ਸੀਗਾ ਕਿ ਅੱਗੇ ਮਤਲਬ ਕੋਈ ਬੰਦਾ ਸ਼ੌਕ ਕਰ ਰਿਹਾ ਤੇ ਉਹਨੂੰ ਗਿਫਟ ਦੇ ਦਿੰਦੇ ਸੀਗੇ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਇਹਦੀ ਪ੍ਰਾਈਸ ਜਿਹੜੀ ਆ, ਕੀਮਤ ਇਹਦੀ ਪਾਕਿਸਤਾਨ ਦੇ ਵਿੱਚ ਫਿਲਹਾਲ ਕਿੰਨੀ ਚੱਲ ਰਹੀ ਹੈ, ਅਗਰ ਮਤਲਬ ਇਹ ਵਾਲੀ ਬਰੀਡ ਕਿਸੇ ਨੇ ਪਰਚੇਜ਼ ਕਰਨੀ ਹੋਵੇ, ਵੇਚਣਾ ਹੋਵੇ ਤੇ ਲੈਣਾ ਹੋਵੇ ਕਿਸੇ ਨੇ ਤਾਂ? ਇਹ ਮੈਂ ਤੁਹਾਨੂੰ ਦੱਸਦਾ, ਇਹ ਨਾ ਕੁੱਤਿਆਂ ਤੇ ਆਣ ਕੇ ਮੁੱਕਦੀ ਆ। ਜਦੋਂ ਪੇਟ ਦੇ ਵਿੱਚ ਕੁੱਤਾ 2-3 ਪੇੜ ਵੱਧ ਜਾਂਦਾ ਨਾ, ਉਹਦੀ ਫਿਰ ਕੀਮਤ ਵਧਣੀ ਸ਼ੁਰੂ ਹੋ ਜਾਂਦੀ ਹੈ। ਪਹਿਲੇ ਪੇੜ ਦੇ ਵਿੱਚ ਕੁੱਤਾ ਦੇਖਣਾ ਸ਼ਿਕਾਰੀਆਂ ਨੇ, ਉਹਦੇ ਮਗਰ ਸ਼ਿਕਾਰੀ ਲੱਗ ਜਾਣੇ ਆ। ਗਾਂ ਦੂਸਰੇ ਪੇੜ 'ਚ ਫਿਰ ਉਹਨੇ ਚੈੱਕ ਕਰਨਾ, ਕੁੱਤੇ ਚੰਗੇ ਤੋਂ ਚੰਗੇ ਉਹਦੇ ਉੱਤੇ ਲੱਗਣੇ ਆ। ਅਗਰ ਕੁੱਤਾ 5-4 ਪੇੜ ਵੱਧ ਗਿਆ, ਹੁਣ ਸਾਡੇ ਨਾ ਦੋਸਤ ਮਲਤਾਨ ਖਾਨੇਵਾਲ ਰਾਣਾ ਅਸ਼ਰਫ, ਉਹਦੇ ਕੋਲ ਕੁੱਤਾ ਖਲੋਤਾ ਸੀ, 30 ਲੱਖ ਰੁਪਏ ਉਹਦਾ ਲੱਗ ਗਿਆ ਸੀ। 30 ਲੱਖ ਰੁਪਏ ਉਹਦਾ ਲੱਗ ਗਿਆ ਸੀਗਾ।
ਲੇਕਿਨ ਉਹ ਸਹਿਬੇ ਹਸੀਅਤ ਸੀ, ਉਹਨਾਂ ਨੇ ਤਗੜਾ ਬੰਦਾ ਸੀ। ਉਹਨੇ ਕਿਹਾ ਮੈਂ ਵੇਚਣਾ ਨਹੀਂ, ਭਾਵੇਂ ਕਿੱਲੇ ਤੇ ਮਰ ਜਾਵੇ। ਉਹ ਫਿਰ ਕਿੱਲੇ ਤੇ ਹੀ ਮਰਿਆ, ਉਹਨੇ ਵੇਚਿਆ ਨਹੀਂ ਗਾ। ਵੇਚਿਆ ਯਾਨੀ ਕਿ ਇਹ ਕੁੱਤੇ ਦੇ ਆਣ ਕੇ ਮੁੱਕਦੀ ਆ। ਬਿਲਕੁਲ ਸਹੀ ਗੱਲ ਵੀ ਜਿੰਨਾ ਉਹਨੇ ਲੜਨਾ ਉਨਾ ਹੀ ਵਪਾਰੀ ਪੈਣਾ ਇਹਨੂੰ। ਉਹ ਜਿਹੜੇ ਕੁੱਤੇ ਵੇਚਦੇ ਆ ਨਾ, ਉਹ ਤੇ ਫਿਰ ਉਹਨਾਂ ਨੂੰ ਆਪਣੇ ਵੇਚਣ ਦੇ ਵੀ ਢੰਗ ਹੁੰਦੇ ਆ। ਬਿਲਕੁਲ ਸਹੀ ਗੱਲ ਆ। ਉਹਨਾਂ ਨੇ ਆਪਣੇ ਤਰੀਕੇ ਨਾਲ ਵੇਚਣਾ ਹੁੰਦਾ। ਕੁੱਤੇ ਨੂੰ ਲਿਜਾਣਾ ਆ, ਕੋਈ 10 ਮੂੰਹ ਦੇਖ ਕੇ ਤੇ ਪਿਛਾਂ ਠਾਲਣਾ ਆ, ਸਿਰਫ ਚੈੱਕ ਹੀ ਕਰਾਉਣਾ ਆ। ਤੇ ਜਿਹੜਾ ਕੁੱਤਾ ਪੇਟ 'ਚ ਲੜ ਕੇ ਵਿਕਣਾ ਨਾ, ਉਹ ਫਿਰ ਮਾਲਕ ਨੇ ਆਪਣੀ ਮਰਜ਼ੀ ਨਾਲ ਵੇਚਣਾ। ਹਾਂਜੀ ਸਹੀ ਗੱਲ ਕੀਤੀ ਤੁਸੀਂ। ਤੇ ਜਿੱਦਾਂ ਹੁਣ ਆਪਣਾ ਐਡ ਇਹਨੂੰ ਇੰਗਲਿਸ਼ ਦੇ ਵਿੱਚ ਜਿਹੜਾ ਨਾਮ ਇਹਦਾ ਹੈ ਗੁਲਡੇਂਗ ਹੈ, ਯਾਨੀ ਕਿ ਪਾਕਿਸਤਾਨੀ ਗੁਲਟੇਰ ਤੇ ਬੁਲੀ ਦਾ ਕਰਾਸ ਹੈ। ਤੇ ਸਰ ਮੈਨੂੰ ਪਾਕਿਸਤਾਨੀ ਗੁਲਟੇਰ ਤੇ ਬੁਲੀ ਦੇ ਵਿੱਚ ਥੋੜਾ ਜਿਹਾ ਦੱਸ ਜਾਓ ਕਿ ਕਈ ਹਜ਼ਰਾਤ ਸ਼ੌਕੀਨ ਹੈ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਪਿਓਰ ਕਿਹੜੀ ਚੀਜ਼ ਹੈ, ਬੁਲੀ ਪਿਓਰ ਕਿੱਦਾਂ ਹੈ ਤੇ ਗੁਲਟੇਰ ਪਿਓਰ ਕਿੱਦਾਂ ਹੈ। ਤੇ ਤੁਹਾਡੇ ਖਿਆਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਤੇ ਪਿਓਰ ਚੀਜ਼ਾਂ ਖੜੀਆਂ ਹੋਈਆਂ? ਇਹ ਤੇ ਆ ਗਿਆ ਨਾ ਕਰਾਸ ਦੇ ਵਿੱਚ, ਹਾਂਜੀ, ਯਾਨੀ ਕਿ ਬੁਲੀ ਤੇ ਗਲਟਰੀਆ ਕਰਾਸ ਹੋ ਗਿਆ। ਕਰਾਸ ਹੋ ਗਿਆ, ਇਹ ਬਣ ਜਾਂਦੀ ਹੈ ਯਾਨੀ ਕਿ ਨਸਲ ਭੈੜੀ, ਹਾਂ, ਯਾਨੀ ਕਿ ਬਹੁਤ ਜਜੀਰ ਕਿਸਮ ਦੀ ਨਾ। ਤੇ ਜਿਹੜੇ ਦੇਸੀ ਬੁਲੀ ਹੈ ਨਾ, ਉਹ ਪੁਰਾਣੀਆਂ ਨਸਲਾਂ ਸੀਗੀਆਂ। ਪਹਿਲੇ ਜਿਹੜੇ ਲੜਦੇ ਸੀ ਉਹ ਬਹੁਤ ਲੰਮੇ ਲੜ ਜਾਂਦੇ ਸੀ। ਸਾਡੇ ਕੋਲ ਸੀਗਾ ਇੱਕ ਛੀਣੇ ਰੰਗ ਦਾ ਕੁੱਤਾ। ਹਾਂਜੀ, ਅਸੀਂ ਨਾ ਕਰਾਚੀ ਲੜਾਇਆ, 1 ਸਾਲ ਲੜਾਇਆ ਤੇ ਦੁਬਾਰਾ ਗਾਂਢੀ ਰੱਖਿਆ ਗਿਆ ਉੱਥੇ। ਦੂਏ ਸਾਲ ਫਿਰ ਉਹ ਵਧਿਆ ਉੱਥੇ ਗਾਂਢੀ, ਪਿਓਰ ਯਾਨੀ ਕਿ ਵੱਡੇ ਖੋਪਰ ਵਾਲੇ, ਉਹਨਾਂ ਨੂੰ ਕਹਿੰਦੇ ਸੀ ਵੱਡੇ ਸਿਰ ਵਾਲੇ। ਉਹ ਹੁਣ ਨਸਲਾਂ ਘਟ ਗਈਆਂ ਆ, ਘਟ ਗਈਆਂ ਨਸਲਾਂ। ਹੁਣ ਬਹੁਤਾ ਕਰਾਸ ਹੀ ਚੱਲਣ ਡਿਆ ਆ। ਇਹਦੇ ਵਿੱਚ ਇਹ ਹੀ ਆ, ਬਹੁਤੇ ਚੰਗੇ ਜਿਹੜੇ ਕਰਾਸ ਵਲੈਤੀ ਤੇ ਆਪਣੇ ਦੇਸੀ। ਜਿਹੜਾ ਪਿਓਰ ਵਲੈਤੀ ਹੈ ਨਾ, ਉਹ ਇੱਧਰ ਕਾੜ ਹੀ ਨਹੀਂ ਕੱਢਦਾ, ਕਿਉਂਕਿ ਇੰਨੀ ਗਰਮੀ, ਜਿਵੇਂ ਗਾਈਆਂ ਨਹੀਂ ਵਲੈਤਣਾ ਆਸਟ੍ਰੇਲੀਆ, ਸਾਡੇ ਨਹੀਂ ਕਾਮਯਾਬ ਹੈਗੀਆਂ ਬਗੈਰ ਸ਼ੈੱਡਾਂ ਤੋਂ, ਏਸੀ ਲੱਗੇ ਵਿੱਚ। ਤੇ ਜਿਹੜੇ ਪਿਓਰ ਵਲੈਤੀ ਆ ਕੁੱਤੇ, ਉਹ ਵੀ ਨਹੀਂ ਸਾਡੇ ਇੱਧਰ ਕਾੜ ਕੱਢਦੇ। ਉਹਨਾਂ ਸ਼ਿਕਾਰੀ ਜਿਹੜੇ ਰੇਸ ਵਾਸਤੇ ਲਿਆਉਂਦੇ ਨਾ ਇੰਪੋਰਟਰ ਬਾਹਰੋਂ, ਉਹ ਵੀ ਉਹਨਾਂ ਨੇ ਗੱਡੀਆਂ 'ਚ ਰੱਖਣੇ ਆ ਤੇ ਜਾਂ ਕੋਠੀਆਂ 'ਚ ਰੱਖਣੇ ਆ। ਆ ਸਾਡੇ ਜਿੱਦਾਂ ਡੇਰੇ ਬਣੇ ਆ, ਇਦਾਂ ਕੁੱਤੇ ਨਹੀਂ ਰਹਿ ਸਕਦੇ। ਉਹ ਦਾਰੀ ਗੱਲ ਇੰਗਲਿਸ਼ ਬਰੀਡ ਸਾਡੇ ਕੋਲ ਇਹ ਹੀ ਰਹਿੰਦੇ ਆ, ਦੇਸੀ ਤੇ ਕਰਾਸ, ਯਾਨੀ ਕਿ ਬੁਲੀ ਗਲਟਰੀਆ ਲਾ ਲਓ ਜਾਂ ਆਪਣਾ ਕੋਈ ਵੀ ਕਰਾਸ। ਬੁਲੀ ਗਲਟਰੀਆ ਬਹੁਤਾ ਚੱਲਣ ਡਿਆ ਹੁਣ, ਹਰ ਪਾਸੇ ਇਹ ਹੀ ਆ ਕਰਾਸ ਵਲੈਤੀ ਦਾ, ਯਾਨੀ ਕਿ ਵਲੈਤੀ ਤੇ ਦੇਸੀ ਚੱਲਦਾ। ਇਹ ਫਿਰ ਇਹ ਆ ਜਾਂਦਾ ਆ, ਬਸ ਇਹ ਹੀ ਆ। ਹੋਰ ਤੇ ਏਡੀਆਂ ਨਸਲਾਂ ਕੋਈ ਨਹੀਂ ਆ। ਜਾਂ ਪਿੱਟ ਬੁਲੀ ਆਏ, ਉਹਨਾਂ ਨੂੰ ਕੋਈ ਨਹੀਂ ਏਡਾ ਪੁੱਛਦਾ। ਇਸ ਤਰ੍ਹਾਂ ਹੀ ਉਹ ਫੀਨੇ ਆ, ਉਹ ਫੀਨੇ ਉਹ ਤੇ ਭੈਣ ਚੋਂ ਜ਼ੋਰ ਹੀ ਲਾਈ ਜਾਂਦੇ ਨਾ। ਸਭ ਤੋਂ ਪਹਿਲੇ ਕਰਾਚੀ ਕਯੂਮ ਖਾਂ ਪਠਾਨ ਨੇ ਲਿਆਂਦੇ ਸੀ ਉਹ, ਕਰਾਚੀ, ਤੇ ਉਹਦੇ ਕੋਲ ਬੁਲੀ ਵੀ ਸੀਗੇ। ਫਿਰ ਪਿੱਟ ਬੁਲੀ ਉਹਨੂੰ ਕਰਾਸ ਕਰਾਉਣ ਲੱਗ ਪਿਆ, ਕਰਾਸ ਕਰਕੇ ਫਿਰ ਉਹ ਭੈਣ ਚੋਂ ਵੱਡੇ ਹੋਣ ਲੱਗ ਪਏ। ਯਾਨੀ ਕਿ ਪੂਰੇ ਪਹਿਲੇ ਉਹ ਏਡੇ ਸੀ, ਜਦੋਂ ਕੁੱਤੀ ਤੇ ਪਾਉਣਾ ਫਿਰ ਵੱਡੇ ਬੱਚੇ ਜੰਮ ਪੈਂਦੀ ਸੀਗੀਆਂ। ਇਹ ਹੀ ਹੈ ਕੁਛ ਬਸ। ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਤੋਂ ਕਾਫੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਵੇਖਣ ਨੂੰ ਮਿਲੀ ਹੋਏਗੀ। ਤੇ ਅੱਜ ਦੀ ਵੀਡੀਓ ਦਾ ਇੱਥੇ ਇਖਤਤਾਮ ਕਰਦੇ ਹਾਂ। ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਨਏ ਚਿਹਰਿਆਂ ਸਾਥ ਜੀ। ਅੱਲਾ ਹਾਫਿਜ਼।